ਸੁਪਨਿਆਂ ਦੇ ਘਰ ਵਿੱਚ ਰਹਿ ਰਹੇ ਸਰਦਾਰ ਬੇਅੰਤ ਸਿੰਘ ਢਿੱਲੋਂ ਅੱਜ ਦੁਨੀਆ ਨੂੰ ਅਲਵਿਦਾ ਕਹਿ ਗਏ। ਤੁਸੀਂ ਸੋਚ ਰਹੇ ਹੋਗੇ ਆਖਰ ਬੇਅੰਤ ਸਿੰਘ ਢਿੱਲੋਂ ਕੌਣ ਹਨ। ਬੇਅੰਤ ਸਿੰਘ ਢਿੱਲੋਂ ਆਪਣੇ ਹੀ ਘਰ ਦੇ ਵਿੱਚ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਜ਼ਿੰਦਗੀ ਬਤੀਤ ਕਰ ਰਹੇ ਸਨ। ਜਦੋਂ ਮਿੰਟੂ ਜੀ ਨੂੰ ਪਤਾ ਲੱਗਾ ਕਿ ਇੱਕ ਬਜ਼ੁਰਗ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਆਪਣੇ ਘਰ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਹੈ, ਸਰਦਾਰ ਗੁਰਪ੍ਰੀਤ ਸਿੰਘ ਮਿੰਟੂ ਜੀ ਉਹਨਾਂ ਵੱਲੋਂ ਚਲਾਈ ਜਾ ਰਹੀ ਸੰਸਥਾ ਉਹਨਾਂ ਦਾ ਬਣਾਇਆ ਹੋਇਆ ਸੁਪਨਿਆਂ ਦਾ ਘਰ, ਉਸ ਵਿੱਚ ਇਹਨਾਂ ਨੇ ਬੇਅੰਤ ਸਿੰਘ ਢਿੱਲੋਂ ਨੂੰ ਆਪਣੇ ਬਣਾਏ ਹੋਏ ਸੁਪਨਿਆਂ ਦੇ ਘਰ ਵਿੱਚ ਰੱਖ ਕੇ ਕਈ ਸਾਲ ਸਕੇ ਪੁੱਤਾਂ ਨਾਲੋਂ ਵੱਧ ਸੇਵਾ ਕੀਤੀ। ਸਰਦਾਰ ਬੇਅੰਤ ਸਿੰਘ ਢਿੱਲੋਂ ਦੀ ਕਹਾਣੀ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਆਓ ਜਾਣਦੇ ਹਾਂ ਸਰਦਾਰ ਗੁਰਪ੍ਰੀਤ ਸਿੰਘ ਮਿੰਟੂ ਦੇ ਮੂੰਹੋਂ ਸਰਦਾਰ ਬੇਅੰਤ ਸਿੰਘ ਦੀ ਕਹਾਣੀ। PRV ਟੂਡੇ ਚੈਨਲ ਦੀ ਸਾਰੀ ਟੀਮ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਸਰਦਾਰ ਬੇਅੰਤ ਸਿੰਘ ਢਿੱਲੋਂ ਦੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ। ਸਰਦਾਰ ਗੁਰਪ੍ਰੀਤ ਸਿੰਘ ਮਿੰਟੂ ਅਤੇ ਸੁਪਨਿਆਂ ਦੇ ਘਰ ਵਿੱਚ ਰਹਿ ਰਹੇ ਸਾਰੇ ਹੀ ਮੈਂਬਰਾਂ ਨੂੰ ਭਾਣਾ ਮੰਨਣ ਦਾ ਵਾਹਿਗੁਰੂ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਬੇਅੰਤ ਸਿੰਘ ਢਿੱਲੋਂ ਜੀ ਅੱਜ ਅਕਾਲ ਚਲਾਣਾ ਕਰ ਗਏ ਸੀਗੇ ਜੀ ਕੱਲ੍ਹ, ਤੇ ਅੱਜ ਇਹਨਾਂ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ। ਬਾਪੂ ਬੇਅੰਤ ਸਿੰਘ ਢਿੱਲੋਂ, ਸਤਿ ਸ਼੍ਰੀ ਅਕਾਲ ਬਾਬਾ ਜੀ, ਬਹੁਤ ਧੰਨਵਾਦ ਤੁਸੀਂ ਆਏ ਜੀ। ਸਾਧੂ ਸਿੰਘ ਬਾਬਾ ਜੀ ਤੁਹਾਡਾ ਵੀ ਬਹੁਤ ਧੰਨਵਾਦ। ਬਾਪੂ ਬੇਅੰਤ ਸਿੰਘ ਢਿੱਲੋਂ ਜੀ ਸਾਡੇ ਪਰਿਵਾਰ ਦੇ ਵਿੱਚ 2017 20 ਤਰੀਕ ਨੂੰ 9ਵੇਂ ਮਹੀਨੇ ਨੂੰ ਸਤੰਬਰ ਦੇ ਵਿੱਚ 2017 'ਚ ਸਾਡੇ ਪਰਿਵਾਰ 'ਚ ਸ਼ਾਮਲ ਹੋਏ ਸੀ। 24/7/22 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਕੇ ਇਸ ਦੁਨੀਆ ਤੋਂ ਅਲਵਿਦਾ ਆਖ ਕੇ ਚਲੇ ਗਏ ਨੇ। ਇਹ ਜੀਵਨ ਇਨਸਾਨ ਦਾ ਸਾਨੂੰ ਬੜਾ ਕੁਝ ਸਿਖਾਉਂਦਾ। ਬਾਪੂ ਬੇਅੰਤ ਸਿੰਘ ਢਿੱਲੋਂ ਜੀ ਦਾ ਆਪਣੇ ਆਪ 'ਚ ਜੁੱਸਾ ਤੁਹਾਨੂੰ ਦੱਸ ਰਿਹਾ ਵੀ 6 ਫੁੱਟ ਤੋਂ ਉੱਪਰ ਕੱਦ ਸੀ ਬਾਪੂ ਦਾ। 4 ਸਾਲ 10 ਮਹੀਨੇ ਤੇ 4 ਦਿਨ ਬਾਪੂ ਜੀ ਸਾਡੇ ਸੁਪਨਿਆਂ ਦੇ ਘਰ 'ਚ ਰਹੇ, ਸਾਡੇ ਪਰਿਵਾਰ 'ਚ ਰਹੇ। ਆ ਵੀਰੇ ਪੱਖੇ ਦੀ ਹਵਾ ਲੈਣ ਦਿਓ, ਐਨ ਹੋ ਜਾਓ, ਉਹਨਾਂ ਨੂੰ ਕਰ ਦਿਓ ਥੋੜਾ ਪੱਕਾ ਸਿੱਧਾ, ਇੱਧਰ ਨੂੰ ਮੱਖੀ ਨਾ ਬੈਠੇ, ਉਹ ਵੀ ਪੱਕਾ ਸਿੱਧਾ ਕਰ ਦਿਓ। ਤੇ 4 ਸਾਲ 10 ਮਹੀਨੇ ਤੇ 4 ਦਿਨ ਸਾਡੇ ਪਰਿਵਾਰ ਦਾ ਬਾਪੂ ਜੀ ਹਿੱਸਾ ਰਹੇ। ਬਾਪੂ ਬੇਅੰਤ ਸਿੰਘ ਢਿੱਲੋਂ ਜੀ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਪਿੱਛੇ, ਜੈਤੋਂ ਵਾਲੇ ਬਾਪੂ ਬੇਅੰਤ ਸਿੰਘ ਢਿੱਲੋਂ। ਕੋਈ ਨਾ ਬਾਪੂ ਜੀ ਉਹਨਾਂ ਨੂੰ ਖੜਾ ਰਹਿਣ ਦੇ ਕਾਕਾ। ਇਹ ਇੱਕ ਕਮਰੇ ਦੇ ਵਿੱਚ ਬੰਦ ਸੀ। 1 ਸਾਲ ਦੀ ਟਾਇਲਟ ਵੀ ਬਾਪੂ ਦੇ ਕਮਰੇ ਦੇ ਵਿੱਚ, ਬਾਪੂ ਦੇ ਮੰਜੇ ਦੇ ਉੱਪਰ ਤੇ ਮੰਜੇ ਦੇ ਥੱਲੇ ਢੇਰ ਲੱਗੇ ਪਏ ਸੀ। ਹੱਡੀਆਂ ਦਾ ਪਿੰਜਰ ਬਣਿਆ ਸਰਦਾਰ ਬੇਅੰਤ ਸਿੰਘ ਢਿੱਲੋਂ ਉਸ ਕਮਰੇ 'ਚ ਪਿਆ, ਚੀਕਾਂ ਮਾਰਦਾ, ਹਾਕਾਂ ਮਾਰਦਾ, ਕਿਸੇ ਨੂੰ ਸੁਣਾਈ ਨਾ ਦਿੰਦਾ, ਕਿਉਂਕਿ ਬਾਹਰ ਇੱਕ ਛੋਟਾ ਜਿਹਾ ਟੈਲੀਵਿਜ਼ਨ ਰੱਖ ਕੇ ਉਹਦੇ ਤੇ ਉੱਚੀ ਉੱਚੀ ਕੀਰਤਨ ਲਗਾਇਆ ਹੋਇਆ ਸੀਗਾ। ਸਰਦਾਰ ਬੇਅੰਤ ਸਿੰਘ ਢਿੱਲੋਂ ਜੀ ਨੇ ਆਪਣੀ ਜ਼ਿੰਦਗੀ ਦਾ ਲੰਬਾ ਹਿੱਸਾ ਕਰੀਬ 20-22 ਸਾਲ ਕਾਰ ਸੇਵਾ ਵਾਲੇ ਬਾਬਾ ਜੀ, ਇਹਨਾਂ ਦੇ ਵੀ ਅਸੀਂ ਇਹ ਧੰਨਤਾ ਦੇ ਯੋਗ ਹੈ ਜਿਹੜੇ ਅੱਜ ਇੱਥੇ ਇਹਨਾਂ ਦੀ ਅੰਤਮ ਸਫ਼ਰ ਦੇ ਵਿੱਚ ਇਹਨਾਂ ਦੇ ਨਾਲ ਸ਼ਾਮਲ ਹੋ ਰਹੇ ਨੇ। ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਕਾਰ ਸੇਵਾ ਵਾਲੇ ਬਾਬਾ ਜੀ ਜੈਤੋਂ ਤੋਂ ਸਾਡੇ ਕੋਲੇ ਪਹੁੰਚੇ। ਇਹਨਾਂ ਦੇ ਗੁਰੂ ਘਰ ਦੇ ਵਿੱਚ ਬਾਬਾ ਜੀ ਉਹਨਾਂ ਦੇ ਬਾਪੂ ਜੀ ਸੇਵਾ ਕਰੇ। ਕਿੰਨੇ ਕੁ ਸਾਲ ਨਹੀਂ ਲਾਈ ਸੇਵਾ? ਸਾਰੀ ਜ਼ਿੰਦਗੀ ਕੱਟਤੀ। ਸਾਰੀ ਜ਼ਿੰਦਗੀ ਉੱਥੇ ਗੁਰੂ ਘਰ ਦੇ ਵਿੱਚ ਡਾਲੀ ਇਕੱਠੀ ਕਰਦੇ ਸੀ। ਪਿੰਡਾਂ ਦੇ ਵਿੱਚੋਂ ਸਾਈਕਲ ਤੇ ਜਾ ਕੇ ਪ੍ਰਸ਼ਾਦਾ ਲੈ ਕੇ ਆਉਣਾ। ਬਾਪੂ ਜੀ ਦੱਸਦੇ ਸੀ ਮਿਸਤਰੀ ਲੱਗੇ ਹੁੰਦੇ ਸੀ, ਇੰਨੇ ਨੇ ਬਿਲਡਿੰਗਾਂ ਬਣੀਆਂ, ਸਾਰਾ ਕੁਝ ਬਣਿਆ, ਆਪ ਲਿਆ ਕੇ ਵਰਤਾਉਣਾ, ਛਕਾਉਣਾ, ਪਹਿਲਾਂ ਇਕੱਠਾ ਕਰਕੇ ਲਿਆਉਣਾ। ਯਾਨੀ ਕਿ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਕਹਿ ਦਈਏ ਬਾਪੂ ਜੀ ਨੇ ਨਾਲ ਦੀ ਨਾਲ ਗੁਰੂ ਘਰ 'ਚ ਸੇਵਾ ਕਰਦੇ ਰਹੇ। ਤੇ ਉਹ ਵੀ ਨਾਲ, ਕਿਉਂਕਿ 8 ਕਿੱਲੇ ਜ਼ਮੀਨ ਸੀ, ਜ਼ਿਮੀਂਦਾਰ ਪਰਿਵਾਰ ਸੀ, ਬੱਚਿਆਂ ਵਾਸਤੇ ਜ਼ਮੀਨ ਜਾਇਦਾਦ ਸੀ ਘਰ 'ਚ। ਪਰ ਬਾਪੂ ਦੀ ਜਿਹੜੀ ਲਗਨ ਸੀਗੀ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਵਿੱਚ ਹੀ ਸੀ। ਪਰ ਜਿਵੇਂ ਜਿਵੇਂ ਬਾਪੂ ਜੀ ਬਜ਼ੁਰਗ ਹੁੰਦੇ ਗਏ, ਸੇਵਾ ਕਰਦੇ ਆ, ਇਹਨਾਂ ਨੂੰ ਸ਼ੂਗਰ ਦੀ ਸਮੱਸਿਆ ਸੀ, ਉਹਦੇ ਨਾਲ ਅਧਰੰਗ ਦੀ ਸ਼ਿਕਾਇਤ ਹੋ ਗਈ। ਅਧਰੰਗ ਦੀ ਸ਼ਿਕਾਇਤ ਤੋਂ ਬਾਅਦ ਬਾਪੂ ਜੀ ਮੰਜੇ ਤੇ ਪੈ ਗਏ। ਗੁਰੂ ਘਰ ਦੇ ਵਿੱਚ ਬੈਠਿਆਂ ਤੋਂ ਹੀ ਟਾਇਲਟ ਹੋ ਜਾਣੀ, ਬਾਥਰੂਮ ਹੋ ਜਾਣਾ, ਪਤਾ ਨਾ ਲੱਗਣਾ। ਸਰੀਰਕ ਤੌਰ ਤੇ ਕਮਜ਼ੋਰ ਹੋ ਗਏ ਬਹੁਤ ਜ਼ਿਆਦਾ। ਉੱਥੇ ਗੁਰੂ ਘਰ ਦੇ ਪ੍ਰਬੰਧਕਾਂ ਨੇ ਵੀ ਕੁਛ ਟਾਈਮ ਆਪਣੀ ਸੇਵਾਵਾਂ ਨਿਭਾਈਆਂ, ਉੱਥੇ ਇਹਨਾਂ ਨੂੰ ਜਗ੍ਹਾ ਦਿੱਤੀ। ਪਰ ਜਦੋਂ ਹਾਲਾਤ ਜ਼ਿਆਦਾ ਵਿਗੜਦੇ ਗਏ, ਪਰਿਵਾਰ ਨੂੰ ਸੁਨੇਹਾ ਲਗਾਇਆ ਗਿਆ
ਵੀ ਤੁਸੀਂ ਆਓ ਭਾਈ, ਤੁਹਾਡਾ ਬਾਪੂ ਬਿਮਾਰ ਆ। ਤਾਂ ਬੇਟਾ ਇਹਨਾਂ ਦਾ, ਇੱਕ ਬੇਟਾ ਤਾਂ ਚੜ੍ਹਾਈ ਕਰ ਗਿਆ ਸੀਗਾ, ਉਹਦਾ ਪੋਤਾ ਸੀ, ਉਹਦਾ ਬੇਟਾ ਇੱਕ ਇੱਥੇ ਅੱਜ ਆਇਆ ਹੋਇਆ ਰਤਨਦੀਪ ਸਿੰਘ ਖੜਾ ਵੀਰ ਸਾਡਾ ਛੋਟਾ ਭਰਾ, ਤੇ ਦੂਜਾ ਅਜਮੇਰ ਸਿੰਘ ਜਿਹੜਾ ਟਰੱਕਾਂ ਦਾ ਕੰਮ ਕਰਦਾ, ਉਹਦੇ ਟਰੱਕ ਪਾਏ ਹੋਏ ਆ। ਉਹ ਕਹਿੰਦਾ ਜੀ ਮੈਂ ਨਹੀਂ ਇਹਨੂੰ ਸਾਂਭ ਸਕਦਾ, ਇਹਨੇ ਕਿਹੜਾ ਸਾਨੂੰ ਪਾਲਿਆ, ਇਹ ਮਰੇ ਜਿੱਥੇ ਮਰਦਾ। ਪਰ ਬਾਬਾ ਜੀ ਹੁਣਾਂ ਨੇ ਜ਼ੋਰ ਪਾਉਣ ਤੇ, ਰਿਸ਼ਤੇਦਾਰਾਂ ਨੇ ਜ਼ੋਰ ਪਾਉਣ ਤੇ ਵੀ ਤੇਰੀ ਜ਼ਮੀਨ ਚਲੇ ਜਾਣੀ ਹੈ, ਜੇ ਕਿਤੇ ਉੱਥੇ ਰਹਿ ਗਿਆ। ਬਾਬਾ ਜੀ ਹੁਣਾਂ ਨੇ ਵੀ ਕਹਿਤਾ ਵੀ ਜੇ ਨਹੀਂ ਲਿਜਾਣਾ ਫਿਰ ਕੋਈ ਨਾ, ਗੁਰੂ ਘਰ ਸਾਂਭ ਲਾਂਗੇ ਅਸੀਂ, ਜਿਹੜੀ ਜ਼ਮੀਨ 8 ਕਿੱਲੇ ਫਿਰ ਗੁਰੂ ਘਰ ਦੇ ਨਾਂ ਲਵਾ ਦੇਣੀ। ਉਹਦੇ ਡਰ 'ਚ, ਉਹਦੇ ਏਵੇ ਦੇ ਵਿੱਚ ਉਹ ਆਇਆ, ਆ ਕੇ ਬਾਪੂ ਜੀ ਨੂੰ ਲੈ ਗਿਆ ਤੇ ਲਿਜਾ ਕੇ ਇੱਕ ਕਮਰੇ ਦੇ ਵਿੱਚ ਪਾਤਾ ਜਿਹੜਾ ਥੱਲਿਓਂ ਕੱਚਾ ਸੀ। ਉਹ ਕਮਰੇ ਦੇ ਵਿੱਚ ਮੰਜੇ ਦੇ ਉੱਤੇ ਪਿਆ ਬਾਪੂ 3-3 4-4 ਮਹੀਨੇ। ਬਾਪੂ ਕਹਿੰਦਾ ਮੈਂ ਅੰਦਰ ਪਿਆ, ਉਹਨੂੰ ਮਿੰਨਤਾਂ ਕਰ ਦਿੰਦਾ ਮੈਨੂੰ ਨਵਾ ਦੇ, ਨਵਾਉਂਦਾ ਵੀ ਨਹੀਂ ਸੀ ਮੇਰੇ। ਕਹਿੰਦਾ ਇੱਕ ਵਾਰੀ ਮੈਂ ਨਹਾਉਣ ਨੂੰ ਕਿਹਾ, ਮੈਨੂੰ ਥੱਪੜਾ ਨਾ ਕੁੱਟਿਆ ਉਹਨੇ। 1 ਸਾਲ ਦੀ ਲੈਟਰੀਨ ਆ ਜਿਹੜੀ ਕਰੀਬ ਉਹ ਮੰਜੇ ਦੇ ਥੱਲੇ ਢੇਰ ਲੱਗੇ ਪਈ, ਸੁੱਕੀ ਪਈ ਸੀ ਮਿੰਗਣਾ ਵਾਂਗ। ਸਾਧੂ ਸਿੰਘ ਜੀ ਇਹ ਬਾਈ ਜੀ ਖੜੇ ਨੇ, ਇਹ ਆਪਣੇ ਦੋਸਤ ਨੂੰ ਜਿਨ੍ਹਾਂ ਦੇ ਨਾਲ ਇਹ ਸੇਵਾ ਕਰਦੇ ਰਹੇ ਕਿਤੇ ਲੰਬਾ ਸਮਾਂ, ਇਹ ਮਿਲਣ ਲਈ ਗਏ ਘਰੇ। ਜਦੋਂ ਘਰੇ ਮਿਲਣ ਗਏ, ਕੁਦਰਤ ਬੜੀ ਬਲਵਾਨ ਆ, ਕੁਦਰਤੋਂ ਹੀ ਘਰੇ ਉਹਨਾਂ ਦਾ ਬੇਟਾ ਹੈ ਨਹੀਂ ਸੀ। ਇਹ ਅੰਦਰ ਗਏ, ਛੋਟੀ ਜੀ ਬੱਚੀ ਬੈਠੀ, ਉਹਨੇ ਦੱਸਤਾ ਵੀ ਦਾਦਾ ਜੀ ਇੱਥੇ ਕਮਰੇ 'ਚ ਪਏ ਨੇ। ਇਹਨਾਂ ਨੇ ਜਦੋਂ ਹਾਲਤ ਦੇਖੀ, 2017 'ਚ ਅਸੀਂ ਵੀ ਸ਼ੁਰੂਆਤ ਦੇ ਵਿੱਚ 2016 ਸੇਵਾ ਸ਼ੁਰੂ ਹੋਈ ਸੀ, ਇਹਨਾਂ ਨੇ ਸਾਡੀਆਂ ਕੁਝ ਵੀਡੀਓ ਦੇਖੀਆਂ ਸੀ, ਇਹਨਾਂ ਨੇ ਸਾਨੂੰ ਫੋਨ ਕੀਤਾ ਉੱਥੋਂ। ਅਸੀਂ ਕਹੀ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜੋ। ਇਹਨਾਂ ਨੇ ਇੱਕ ਹਨੇਰ ਕਮਰੇ ਇਹਦੇ ਵਿੱਚ ਇੱਕ ਸਾਨੂੰ ਵੀਡੀਓ ਬਣਾ ਕੇ ਭੇਜੀ, ਜਿਹਦੇ ਵਿੱਚ ਇਸ ਤਰ੍ਹਾਂ ਬਾਪੂ ਪਿਆ ਵਿਚਾਰਾ ਮੰਜੇ ਦੇ ਉੱਤੇ, ਨਾ ਥੱਲੇ ਕੁਝ ਵਿਛਾਇਆ ਹੋਇਆ, ਹੱਡੀਆਂ ਦਾ ਪਿੰਜਰ, ਲੈਟਰੀਨ ਨਾਲ ਲੱਤਾਂ ਬਾਹਾਂ ਲਿਬੜੀਆਂ ਪਈਆਂ, ਦਾੜੇ ਤੱਕ ਟਾਇਲਟ ਲੱਗੀ ਪਈ। ਇਹ ਦੇਖ ਕੇ ਸਾਡੀ ਵੀ ਰੂਹ ਕੰਬ ਗਈ। ਅਸੀਂ ਬਾਪੂ ਜੀ ਨੂੰ ਕਿਹਾ ਵੀ ਅੱਜ ਤਾਂ ਸ਼ਾਮ ਹਨੇਰਾ ਹੋ ਜਾਣਾ, ਕੱਲ ਨੂੰ ਸਵੇਰੇ ਆਉਣੇ ਆ। ਦੂਸਰੇ ਦਿਨ ਅਸੀਂ ਇੱਥੋਂ ਚੱਲ ਪਏ ਜੀ। ਅਸੀਂ ਸਤੰਬਰ ਦੇ ਵਿੱਚ ਦੇ ਮਹੀਨਾ ਸੀ ਉਦੋਂ। ਅਸੀਂ ਉੱਥੇ ਬਾਪੂ ਜੀ ਦੇ ਘਰ ਪਹੁੰਚੇ ਜੀ 20 ਤਰੀਕ ਨੂੰ, 20/9/2017 ਨੂੰ। ਅਸੀਂ 4 ਜਾਣੇ ਸੀ ਜੀ, 5 ਬਾਪੂ ਦੇ ਘਰੇ। ਤੁਸੀਂ ਸੋਚੋ ਕਿਸੇ ਦੇ ਘਰੋਂ ਡੰਡਾ ਚੱਕਣਾ ਖਾਲਾ ਜੀ ਦਾ ਬਾੜਾ ਨਹੀਂ, ਕਿਸੇ ਦਾ ਬਾਪੂ ਲੈ ਕੇ ਆਉਣਾ ਚੱਕ ਕੇ, ਇਹ ਛੋਟੀ ਗੱਲ ਨਹੀਂ ਸੀ। ਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ, ਅੱਜ ਅਸੀਂ ਸੋਚਦੇ ਹੁੰਦੇ ਕਈ ਵਾਰੀ ਵੀ ਕਿੱਡਾ ਵੱਡਾ ਰਿਸਕ ਸੀ ਉਹ। ਅਸੀਂ ਜਾ ਬੜੇ ਕਿਸੇ ਦੇ ਘਰੇ, ਕੁਝ ਵੀ ਹੋ ਸਕਦਾ ਸੀ ਉੱਥੇ, ਪਰ ਜਦੋਂ ਵਾਹਿਗੁਰੂ ਨਾਲ ਹੁੰਦੇ ਨੇ ਸੱਚੇ ਪਾਤਸ਼ਾਹ, ਇਹਨਾਂ ਨੇ ਸਾਨੂੰ ਰਾਹ ਦਿਖਾਤਾ ਵੀ ਆਹ ਘਰ ਆ ਮੂਹਰੇ ਲਾ ਕੇ ਮੋਟਰਸਾਈਕਲ। ਅਸੀਂ ਅੰਦਰ ਜਾ ਬੜੇ, ਉਹੀ ਗੱਲ, ਨਿੱਕੀ ਜੀ ਬੱਚੀ ਮੂਹਰੇ ਬੈਠੀ, ਟੀਵੀ ਚੱਲੇ, ਉੱਚੀ ਆਵਾਜ਼ 'ਚ ਕੀਰਤਨ ਚੱਲੇ। ਤੇ ਅਸੀਂ ਜਾ ਕੇ ਬੱਚੀ ਨੂੰ ਪੁੱਛਿਆ ਵੀ ਕਿੱਥੇ ਆ ਦਾਦਾ ਜੀ? ਉਹ ਕਹਿੰਦੀ ਉਹ ਕਮਰੇ 'ਚ ਆ, ਬਾਪੂ ਉੱਥੇ ਪਿਆ। ਬਾਪੂ ਸਾਨੂੰ ਦੇਖ ਕੇ ਤਾਂ ਅਸੀਂ ਰੋਣ ਹੀ ਲੱਗ ਗਿਆ। ਕਹਿੰਦਾ ਮੈਨੂੰ ਐਂ ਲੱਗਦਾ ਸੀ, ਕਹਿੰਦਾ ਵੀ ਇੱਕ ਦਿਨ ਤਾਂ ਰੱਬ ਮੇਰੀ ਸੁਣੂਗਾ। ਬਾਪੂ ਦੀ ਹਾਲਤ ਦੇਖ ਕੇ ਸਾਡੇ ਵੀ ਰੂਹ ਕੰਬ ਗਈ ਵੀ ਇੱਕ ਬਜ਼ੁਰਗ ਸ੍ਰੀ ਸਾਹਿਬ ਕੰਧ ਦੇ ਉੱਤੇ ਟੰਗਿਆ ਹੋਇਆ। ਬਾਪੂ ਕਹਿੰਦਾ ਗੰਦੇ ਮੰਦੇ ਹੱਥ ਲੱਗਦੇ ਸੀ, ਮੈਂ ਲਾਤਾ। ਪਾਣੀ ਦੀ ਹਰੇ ਰੰਗ ਦੀ ਕੋਲੇ ਬੋਤਲ ਪਈ ਜਿਹੜੀ ਉਹ ਦਿਖਾਈ ਦਿੰਦੀ ਆ, ਉਹ ਵੀ ਅੱਧੀ ਗੰਦੇ ਪਾਣੀ ਨਾਲ ਭਰੀ ਹੋਈ, ਅੱਧੇ ਟਾਇਲਟ ਨਾਲ ਲਿਬੜੀ ਹੋਈ, ਹੱਥ ਲੱਗੇ ਹੋਏ ਉਵੇਂ ਗੰਦੇ। ਬਾਪੂ ਨੌਹਾਂ ਦੇ ਵਿੱਚ ਜਿਹੜੇ ਲੰਬੇ ਨੌਹ, ਪੈਰਾਂ ਦੇ ਵਿੱਚ ਜਿਹੜੇ ਲੰਬੇ ਨੌਹ, ਉਹਨਾਂ 'ਚ ਵੀ ਟਾਇਲਟ ਫਸੀ ਹੋਈ। ਬਾਪੂ ਜੀ ਨੂੰ ਅਸੀਂ ਉੱਥੇ 2-4 ਗੱਲਾਂ ਕੀਤੀਆਂ। ਜਦ ਨੂੰ ਇਹਦਾ ਉਹ ਲਾਲਚੀ ਪੁੱਤ, ਉਹ ਕਲਯੁਗੀ ਪੁੱਤ ਅਜਮੇਰ ਸਿੰਘ ਆ ਗਿਆ। ਕਮਰੇ 'ਚ ਆ ਕੇ ਹਾਥ ਹੂਤ ਰੌਲਾ ਪਾਉਣ ਲੱਗ ਗਿਆ, ਤੁਸੀਂ ਕਿਵੇਂ ਕਰੋਗੇ, ਇਹ ਕਰਾਂਗੇ, ਮੈਂ ਕਰ ਦੂੰ। ਅਸੀਂ ਕਿਸੇ ਵੀ ਤਰੀਕੇ ਗੁਰੂ ਨੇ ਕਿਰਪਾ ਕੀਤੀ, ਮਨਿਆ ਕੇ ਵੜਿਆ ਕੇ ਅਸੀਂ ਕਿ ਚੱਲ ਆਪਾਂ ਬਾਹਰ ਤਾਂ ਕੱਢੀਏ ਇੱਥੋਂ ਗੰਦ 'ਚੋਂ, ਨਮਾਈਏ ਤਾਂ ਸਹੀ। ਇਹ ਕਹਿ ਕੇ ਅਸੀਂ ਬਾਹਰ ਲਿਆਏ। ਅਸੀਂ ਗੱਡੀ 'ਚ ਰੱਖੀ, ਉਹ ਲੱਤਾਂ ਤੋਂ ਫੜ ਕੇ ਖਿੱਚੇ, ਮੈਂ ਨਹੀਂ ਜਾਣ ਦੇਣਾ, ਤੁਸੀਂ ਜ਼ਮੀਨ ਦੇ ਮਾਰੇ ਆਏ ਹੋ, ਤੁਹਾਨੂੰ ਜ਼ਮੀਨ ਦਾ ਲਾਲਚ ਆ। ਪਰ ਇਹ ਸਾਰੀ ਜਿੱਦੋ ਜਹਿਦ ਕਰਦੇ ਹੋਏ ਕਹਿੰਦਾ ਸਾਨੂੰ, ਮੈਨੂੰ ਪਤਾ ਤੁਹਾਨੂੰ ਕਿਹਨੇ ਭੇਜਿਆ, ਕਹਿੰਦਾ ਮੈਨੂੰ ਪਤਾ ਤੁਹਾਨੂੰ ਕਿਹਨੇ ਭੇਜਿਆ ਇੱਥੇ। ਇਹ ਗੱਲ ਮੈਂ ਕਿਹਾ ਭਰਾਵਾ ਸਾਨੂੰ ਕਿਸੇ ਨੇ ਨਹੀਂ ਭੇਜਿਆ, ਨਾ ਸਾਨੂੰ ਜ਼ਮੀਨਾਂ ਚਾਹੀਦੀਆਂ। ਕਹਿੰਦਾ ਮੈਨੂੰ ਪਤਾ ਕਿਹਨੇ ਭੇਜਿਆ, ਇਹ ਇਹਨਾਂ ਦੀ ਬੇਟੀ ਹੈ। ਕੋਈ ਨਾ ਭੈਣੇ, ਬਹੁਤ ਧੰਨਵਾਦ, ਤੂੰ ਆਈ ਹੈ ਇੱਥੇ, ਤੂੰ ਆਈ, ਬਹੁਤ ਧੰਨਵਾਦ ਤੇਰਾ। ਇਹਦਾ ਨਾਂ ਲੈ ਕੇ ਕਹਿੰਦਾ ਮੈਨੂੰ ਪਤਾ ਤੁਹਾਨੂੰ ਮੇਰੇ ਭਾਣਜੇ ਨੇ ਭੇਜਿਆ। ਕਹਿੰਦਾ ਉਹ ਜ਼ਮੀਨ ਦਾ ਮਾਰਾ ਹੀ ਆ, ਕਰਦਾ ਸਾਰਾ ਕੁਝ। ਇਹਦਾ ਭਾਣਜਾ ਇਹਨਾਂ ਦਾ ਆਇਆ ਬਾਪੂ ਦਾ, ਜਿਹਦੇ ਕੋਲ ਬਾਪੂ ਲੈਣ ਵੀ ਆਇਆ ਸੀ ਇੱਕ ਵਾਰੀ ਉਹ ਇਹਨੂੰ, ਬਾਪੂ ਨੂੰ। ਤੇ ਅਸੀਂ ਚਲੋ ਕਿਸੇ ਨਾ ਕਿਸੇ ਕਰਕੇ ਗੱਡੀ 'ਚ ਰੱਖਿਆ ਬਾਪੂ ਨੂੰ। ਇਹਦਾ ਮੁੰਡਾ ਕਹੇ ਜੀ ਮੈਂ ਤਾਂ ਸਪਰੇਅ ਪੀਣਾ, ਮੈਂ ਮਰ ਜੂ। ਪਤਾ ਨਹੀਂ ਪ੍ਰਮਾਤਮਾ ਦੀ ਕੀ ਕਿਰਪਾ ਸੀ ਉਸ ਦਿਨ ਸਾਡੇ ਤੇ ਵੀ। ਅਸੀਂ ਉਸ ਦਿਨ ਇਹ ਜਿਹੜਾ ਫੈਸਲਾ ਲਿਆ, ਅਸੀਂ ਉਹਨੂੰ ਕਿਹਾ ਵੀ ਭਾਈ ਜੇ ਤੂੰ ਮਰਨਾ, ਤੂੰ ਤਾਂ ਮਰਿਆ ਹੋਇਆ, ਜਿਹਨੇ ਬਾਪ ਦੇ ਆਹ ਹਾਲਾਤ ਕਰਤੇ, ਜਾਂ ਤੂੰ ਪੀ ਲਾ ਸਪਰੇਅ। ਬਸ ਉਹਨੇ ਰੌਲਾ ਰੂਲਾ ਪਾਇਆ, ਉੱਚੀ ਉੱਚੀ ਗਾਲਾਂ ਕੱਢਣ ਲੱਗ ਗਿਆ।
ਆਲੇ ਦੁਆਲੇ ਦੇ ਲੋਕ ਇਕੱਠੇ ਹੋ ਕੇ ਮਹੱਲੇ ਦੇ ਬਾਹਰ ਆ ਗਏ ਸੀ। ਉਹਨਾਂ ਨੂੰ ਪੁੱਛਿਆ ਵੀ ਭਾਈ ਇਹ ਕੀ ਇਹ ਸਹੀ ਗੱਲ ਆ? ਲੋਕਾਂ ਨੇ ਵੀ ਸਾਡਾ ਸਾਥ ਦਿੱਤਾ, ਗੱਡੀ 'ਚ ਪਾਇਆ, ਡੇਰੇ ਤੇ ਲੈ ਆਏ ਬਾਬਾ ਜੀ ਹੁਣਾਂ ਕੋਲੇ। ਚਲੋ ਉੱਥੇ ਬਾਬਾ ਜੀ ਹੁਣਾਂ ਨੇ ਵੀ ਸਾਥ ਦਿੱਤਾ, ਉੱਥੇ ਮਗਰ ਆ ਗਿਆ। ਇਹਨਾਂ ਨੇ ਵੀ ਉਹਨੂੰ ਸਮਝਾਇਆ, ਬਾਬਾ ਜੀ ਹੁਣਾਂ ਨੇ ਵੀ ਭਾਈ ਚੰਗੇ ਥਾਂ ਚੱਲਿਆ, ਕੋਈ ਗੱਲ ਨਹੀਂ, ਥੋਤੋਂ ਨਹੀਂ ਸਾਂਭ ਹੁੰਦਾ, ਉਹ ਸਾਂਭ ਲੈਣਗੇ। ਸਾਧੂ ਸਿੰਘ ਜੀ ਨੇ ਵੀ ਬਹੁਤ ਉਹਨਾਂ ਦੀ ਸਮਝਾਇਆ ਉਹਨੂੰ। ਉਸ ਤੋਂ ਬਾਅਦ ਬਾਪੂ ਜੀ ਨੂੰ ਅਸੀਂ ਇੱਥੇ ਲੈ ਕੇ ਆਏ। ਰਸਤੇ 'ਚ ਬਾਪੂ ਜੀ ਨੇ ਭੁੱਖ ਕਹਿੰਦਾ ਮੈਨੂੰ ਲੱਗੀ ਹੋਈ ਆ, ਕੁਝ ਖਵਾ ਦਿਓ। ਰੋਟੀ ਖਵਾਈ, 4-5 ਫੁਲਕੇ ਬਾਪੂ ਜੀ ਖਾ ਗਏ। ਫਿਰ ਇੱਥੇ ਉਦੋਂ ਅਸੀਂ ਬਾਰਨਹਾੜੇ ਹੁੰਦੇ ਸੀ, ਖੇਤਾਂ ਦੇ ਵਿੱਚ ਹੀ ਸਾਡਾ ਇੱਕ ਘਰ ਬਣਾਇਆ ਸੀ, ਟੈਂਟ ਲਾ ਕੇ, ਤੰਬੂ ਲਾ ਕੇ ਅਸੀਂ ਉੱਥੇ ਰਹਿੰਦੇ ਸੀ। ਉੱਥੇ ਬਾਪੂ ਨੇ ਸਾਡੇ ਨਾਲ ਫਿਰ ਸਮਾਂ ਬਤੀਤ ਕੀਤਾ। ਹਸਪੀਟਲ ਦਾਖਲ ਰਹੇ। ਜਿਸ ਦਿਨ ਹਸਪੀਟਲ ਦਾਖਲ ਕਰਾਇਆ, ਖੂਨ ਚੈੱਕ ਕਰਾਇਆ, ਬਾਪੂ ਦੇ ਟੈਸਟ ਕਰਾਏ। ਬਾਪੂ ਦੇ ਵਿੱਚ 3.25 ਗ੍ਰਾਮ ਖੂਨ ਸੀ। 6 ਫੁੱਟ ਦਾ ਬੰਦਾ, 36 ਕਿਲੋ ਭਾਰ ਸੀ ਤੇ 3.25 ਗ੍ਰਾਮ HB ਸੀਗਾ, ਖੂਨ ਸੀ ਬਾਪੂ 'ਚ। ਦੂਸਰੇ ਦਿਨ ਇਹਦਾ ਬੇਟਾ ਪਹੁੰਚਿਆ ਸਾਡੇ ਕੋਲੇ ਮਗਰ, ਇੱਕ ਬੈਂਕ ਦੀ ਕਾਪੀ ਲੈ ਕੇ, 4-5 ਬੰਦਿਆਂ ਨੂੰ ਨਾਲ ਲੈ ਕੇ। ਉਹ ਆਇਆ ਸੀ ਦੇਖਣ ਵਾਕਿਆ ਹੀ ਕਿੱਥੇ ਆ। ਤੇ ਜਦੋਂ ਉਹਨੂੰ ਤਸੱਲੀ ਹੋ ਗਈ ਵੀ ਹਾਂ ਸਹੀ ਥਾਂ ਤੇ ਆ, ਉਦੋਂ ਬਾਅਦ ਚੋਂ ਪਿਓ ਦਾ ਪੁੱਤ ਇੱਕ ਵਾਰ ਨਹੀਂ ਆਇਆ। ਬੜੀ ਵਾਰ ਉਹਨੂੰ ਫੋਨ ਕੀਤੇ। ਪਿਛਲੇ 4.5 ਸਾਲਾਂ ਦੇ ਵਿੱਚ ਬਾਪੂ ਜੀ ਕਈ ਵਾਰੀ ਬਿਮਾਰ ਹੋਏ, ਕਈ ਵਾਰੀ ਮੌਤ ਦੇ ਨੇੜਿਓਂ ਮੁੜ ਕੇ ਆਏ, ਪਰ ਉਹ ਨਹੀਂ ਆਇਆ। ਬਾਪੂ ਜੀ ਵੀ ਬਹੁਤ ਤਕੜੇ ਹੋ ਗਏ ਸੀ। ਆ ਵੀਲ ਚੇਅਰ ਤੇ ਬੈਠਣ ਦੀ ਤਸਵੀਰਾਂ ਬਾਬਾ ਜੀ ਐਨ ਹੋਇਆ ਮਾੜਾ ਜਿਹਾ, ਆ ਦੇਖੋ ਤੁਸੀਂ ਦੇਖ ਸਕਦੇ ਹੋ। ਕਿਉਂਕਿ ਅਧਰੰਗ ਹੋਣ ਕਰਕੇ ਸਰੀਰ ਖੜ ਗਿਆ ਸੀਗਾ, ਜਿਹਦੇ ਕਰਕੇ ਚੱਲ ਫਿਰ ਤਾਂ ਨਹੀਂ ਸਕੇ, ਪਰ ਵੀਲ ਚੇਅਰ ਤੇ ਆਪਦੀ ਵਧੀਆ ਜ਼ਿੰਦਗੀ ਬਤੀਤ ਕਰਦੇ, ਸ਼ਬਦ ਲਾਉਂਦੇ। ਆਵਾਜ਼ ਬੜੀ ਗੜਕਮੀ ਸੀ ਇਹਨਾਂ ਦੀ, ਬਿਨਾਂ ਮੈਕ ਤੋਂ ਵੀ ਉੱਚੀ ਉੱਚੀ। ਤੜਕੇ 2 ਵਜੇ ਸ਼ਬਦ ਲਾਉਣ ਲੱਗ ਜਾਂਦੇ ਸੀ ਇਹ ਬੈਠ ਕੇ। ਸਾਲ ਕੁ ਪਹਿਲਾਂ ਬਾਪੂ ਜੀ ਦੇ ਭਰਾ ਦੀ ਡੈਥ ਹੋ ਜਾਂਦੀ ਹੈ। ਤਾਂ ਬਾਪੂ ਜੀ ਦੇ ਰਿਸ਼ਤੇਦਾਰ ਨੇ, ਬਾਈ ਜੀ ਸਰਪੰਚ ਸਾਹਿਬ ਕਿੱਥੇ ਨੇ ਜੀ? ਬਾਈ ਭੂਰਾ ਸਿੰਘ ਜੀ ਆ ਹੁਣੇ ਸੀਗੇ, ਨਾਲ ਆਏ ਆ, ਮੈਨੂੰ ਮਿਲੇ ਆ। ਸਰਪੰਚ ਸਾਹਿਬ ਆਇਓ ਮਾੜਾ ਜਿਹਾ। ਸਰਪੰਚ ਸਾਹਿਬ ਨੇ ਸਾਨੂੰ ਫੋਨ ਕੀਤਾ ਵੀ ਯਾਰ ਇਹਦੇ ਭਰਾ ਦੀ ਮੌਤ ਹੋ ਗਈ ਆ, ਵੀ ਜੇ ਤੁਸੀਂ ਉਹਦੇ ਦਰਸ਼ਨ ਕਰਾ ਦਵੋ ਇਹਦੇ ਆਖਰੀ, ਵੀ ਚੱਲ ਭਰਾ ਨੂੰ ਮਿਲ ਲਓ। ਅਸੀਂ ਬਾਈ ਸਰਪੰਚ ਸਾਹਿਬ ਇਹਨਾਂ ਦਾ ਬਹੁਤ ਅਸੀਂ ਸਲੋਤ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਇਹ ਬਹੁਤ ਗੇੜੇ ਮਾਰੇ ਇਹਨਾਂ ਨੇ ਮਗਰ, ਜਦੋਂ ਵੀ ਕਿਤੇ ਆਉਣਾ, ਇੱਧਰੋਂ ਜਾਣਾ, ਇਹਨਾਂ ਨੇ ਮਿਲ ਕੇ ਜਾਣਾ ਬਾਪੂ ਨੂੰ। ਬਾਪੂ ਵੀ ਹਮੇਸ਼ਾ ਇਹਦਾ ਹੀ ਨਾਂ ਲੈਂਦਾ ਸੀ ਵੀ ਮੇਰੇ ਯਾਰ ਤੁਸੀਂ ਮਾਸੀ ਦੇ ਪੁੱਤ ਸੀ ਇਹਨਾਂ ਦੇ, ਵੀ ਮਾਸੀ ਦੇ ਪੁੱਤ ਨਾਲ ਮੇਰੀ ਗੱਲ ਕਰਾ ਦਿਓ ਜਾਂ ਉਹਨੂੰ ਬੁਲਾ ਦਿਓ, ਮੇਰਾ ਮਿਲਣ ਨੂੰ ਜੀ ਕਰਦਾ। ਇਹਨਾਂ ਨੇ ਮਿਲ ਕੇ ਵੀ ਜਾਣਾ। ਤੇ ਜਾਂ ਸਾਧੂ ਸਿੰਘ ਬਾਈ ਜੀ ਸਾਡੇ ਕੋਲ ਰਹਿ ਕੇ ਵੀ 1 ਮਹੀਨਾ 1.5 ਮਹੀਨਾ ਸੇਵਾ ਵੀ ਕਰਾ ਕੇ ਗਏ। ਫਿਰ ਬਾਪੂ ਦੇ ਪੋਤੇ ਵਾਸਤੇ ਜਦੋਂ ਬਾਪੂ ਨੇ ਸਾਨੂੰ ਦੱਸਿਆ ਵੀ ਮੇਰਾ ਪੋਤਾ, ਇਹਨੂੰ ਕਿਸੇ ਨੇ ਦੱਸਿਆ ਵੀ ਉਹ ਗਲਤ ਰਾਹ ਪੈ ਚੱਲਿਆ ਬੱਚਾ ਤੇਰਾ, ਵੀ ਉਹਨੂੰ ਸੰਭਾਲ। ਬਾਪੂ ਨੇ ਸਾਨੂੰ ਕਿਹਾ, ਅਸੀਂ ਬੜੀਆਂ ਮਿਹਨਤਾਂ ਕਰ ਇਹਨੂੰ ਰਤਨਜੀਤ ਨੂੰ, ਇੱਥੇ ਰਤਨਦੀਪ, ਇਹਨੂੰ ਸੱਦਿਆ। ਚਲੋ ਇਹ ਵੀ ਸਾਡੇ ਕੋਲ ਗੇੜਾ ਮਾਰਦਾ, ਇਹਨੂੰ ਮਿਲ ਕੇ ਬੜਾ ਹੌਸਲਾ ਹੁੰਦਾ ਬਾਪੂ ਨੂੰ। ਇਹਨੂੰ ਬਹੁਤ ਉਹ ਕਹਿੰਦਾ ਸੀ ਤੂੰ ਮੇਰੇ ਕੋਲ ਰਹਿ ਪਾ। ਮੈਂ ਵੀ ਇਹਨੂੰ ਬਹੁਤ ਕਿਹਾ ਵੀ ਤੂੰ ਇੱਥੇ ਸਾਡੇ ਕੋਲ ਰਹਿ ਪਾ, ਅਸੀਂ ਤੈਨੂੰ ਤਨਖਾਹ ਦੇ ਦਿਆ ਕਰਾਂਗੇ, ਤੂੰ ਸਾਡੇ ਨਾਲ ਸੇਵਾ ਕਰਾ ਲਾ, ਵੀ ਚੱਲ ਕਿਸੇ ਤਰੀਕੇ ਦੀ ਅੱਖਾਂ ਦੇ ਸਾਹਮਣੇ ਰਹੇਂਗਾ, ਇਹਦਾ ਕਾਲਜਾ ਠਰਦਾ ਰਹੂਗਾ। ਪਰ ਇਹ ਵੀ ਪਿਓ ਦਾ ਪੁੱਤ ਮੰਨਿਆ ਨਹੀਂ। ਇਹ ਕਹਿੰਦਾ ਨਹੀਂ ਜੀ ਮੈਂ ਆਹ ਕਰਨਾ, ਮੈਂ ਉਹ ਕਰਨਾ। ਬਾਪੂ ਨੂੰ ਇਹ ਵੀ ਪਤੰਦਰ ਕਹੇ ਮੇਰੇ 4 ਕਿੱਲੇ ਜ਼ਮੀਨ ਦੇ ਮੈਂ ਲਿਮਟ ਚੱਕਣੀ ਆ, ਨਾ ਕਰਾ ਦੇ ਫਲਾਨਾ। ਉਹ ਬਾਪੂ ਦੇ ਦਿਲ ਤੇ ਸੱਟਾਂ ਬਾਰ-ਬਾਰ ਲੱਗਦੀਆਂ ਰਹੀਆਂ। ਬੱਚਾ ਸੀ ਸ਼ਾਇਦ, ਇਹਨੂੰ ਨਹੀਂ ਸੀ ਸਮਝ ਇਸ ਗੱਲ ਦੀ। ਚਲੋ ਅਸੀਂ ਇਹਨੂੰ ਮਾੜਾ ਚੰਗਾ ਨਹੀਂ ਕਹਿੰਦੇ, ਵੱਡਿਆਂ ਨੂੰ ਸੀ ਜਿਹੜੀ ਸਮਝ, ਤਾਂ ਉਹਨਾਂ ਨੇ ਨਹੀਂ ਕੁਛ ਕੀਤਾ। ਫਿਰ ਜਦੋਂ ਬਾਪੂ ਜੀ ਦੇ ਭਰਾ ਦੀ ਡੈਥ ਹੋਈ, ਸੰਸਕਾਰ ਤੇ ਸਾਡੇ ਟੀਮ ਦੇ ਮੈਂਬਰ ਇੱਥੋਂ ਗੱਡੀ 'ਚ ਲੈ ਕੇ ਗਏ, ਵਾਪਸ ਲੈ ਕੇ ਆਏ। ਬਾਪੂ ਨੂੰ ਉਮੀਦ ਸੀ ਵੀ ਮੈਂ ਉੱਥੇ ਰਹੂੰਗਾ ਭੋਗ ਤੱਕ, ਨਹੀਂ ਰਿਹਾ। ਨਹੀਂ, ਉੱਥੇ ਉਹਨੂੰ ਉਸ ਤਰ੍ਹਾਂ ਦਾ ਮਾਹੌਲ ਮਿਲਿਆ। ਭੋਗ ਤੇ ਵੀ ਗਏ। ਭੋਗ ਤੇ ਗਏ ਨੂੰ ਤੇਰੇ ਚਾਚੇ ਨੇ ਕੀ ਗੱਲ ਹੋ ਗਈ ਸੀ ਪੁੱਤ ਉਦੋਂ? ਉਹਨੇ ਗਾਲਾਂ ਕੱਢੀਆਂ ਨੂੰ ਉੱਥੇ ਗਏ ਨੂੰ। ਉਹ ਕਹਿੰਦੇ ਆਧਾਰ ਕਾਰਡ ਨਹੀਂ ਸਮਾਨ ਮੰਗਿਆ ਜਦੋਂ, ਹਾਂ, ਜਦੋਂ ਉਦੋਂ ਲੜਿਆ ਸੀ। ਯਾਨੀ ਕਿ ਉੱਥੇ ਗਏ ਨੂੰ ਬਾਪੂ ਨੂੰ ਇਹਦੇ ਪੁੱਤ ਨੇ ਗਾਲਾਂ ਕੱਢੀਆਂ ਭੋਗ ਤੇ। ਸਾਡੇ ਟੀਮ ਦੇ ਮੈਂਬਰਾਂ ਨੇ ਵੀ ਆ ਕੇ ਦੱਸਿਆ, ਬਾਪੂ ਵੀ ਮੇਰੇ ਕੋਲੇ ਬਹੁਤ ਰੋਇਆ ਜੀ। ਆ ਕੇ ਸਾਨੂੰ ਐਂ ਲੱਗਦਾ ਸੀ ਬਾਪੂ ਆਪਦੇ ਭਰਾ ਨੂੰ ਰੋਂਦਾ, ਪਰ ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਿਆ ਵੀ ਬਾਪੂ ਭਰਾ ਨੂੰ ਨਹੀਂ, ਆਪਦੇ ਹਾਲਾਤਾਂ ਨੂੰ ਰੋਂਦਾ ਹੈ। ਫਿਰ ਅਸੀਂ ਪਤਾ ਕੀਤਾ, ਵਲੰਟੀਅਰਾਂ ਤੋਂ ਪਤਾ ਕੀਤਾ। ਇਹਨੇ ਵੀ ਫਿਰ ਸਾਨੂੰ ਇਹ ਦੱਸੀ ਗੱਲ, ਰਤਨਦੀਪ ਨੇ, ਵੀ ਚਾਚੇ ਨੇ ਬਹੁਤ ਗਾਲਾਂ ਕੱਢੀਆਂ, ਬਹੁਤ ਗੰਦੇ ਲਫ਼ਜ਼ ਬੋਲੇ ਇਹਨੂੰ। ਬਸ ਉਸ ਤੋਂ ਬਾਅਦ ਸਰਦਾਰ ਬੇਅੰਤ ਸਿੰਘ ਢਿੱਲੋਂ ਉਸ ਲਾਲਚੀ ਔਲਾਦ ਦੇ ਉਹ ਗੰਦੇ ਲਫ਼ਜ਼ਾਂ ਦੇ ਮਾਰਿਆ ਅੰਦਰੋਂ ਮਰ ਗਿਆ। ਫਿਰ ਬਾਪੂ ਅੰਦਰੋਂ ਬੁੱਝ ਗਿਆ, ਸਿਰਫ ਇੱਕ ਜਿੰਦਾ ਲਾਸ਼ ਵਾਂਗ ਬਾਪੂ ਇੱਥੇ ਰਹਿਣ ਲੱਗ ਗਿਆ। ਫਿਰ ਬਾਪੂ ਦੀ ਸ਼ੂਗਰ ਬਹੁਤ ਵੱਧ ਜਾਂਦੀ ਜਾਂ ਘਟ ਜਾਂਦੀ, ਆਪਦਾ ਧਿਆਨ ਨਾ ਰੱਖਦੇ। ਫਿਰ ਜਿਹੜੇ ਸ਼ਬਦ ਲਾਉਂਦੇ ਸੀ ਰੋਜ਼, ਉਹ ਵੀ ਬੰਦ ਕਰਤੇ। ਗੁਰਦੁਆਰਾ ਸਾਹਿਬ ਜਾਣਾ ਬੰਦ ਕਰਤਾ।
ਧੌਣ ਸਿੱਟ ਕੇ ਸਾਰਾ ਦਿਨ ਐ ਬੈਠੇ ਰਹਿਣਾ। ਮੈਂ ਕਈ ਵਾਰੀ ਬੁਲਾਉਣਾ ਛੇੜਨਾ, ਸਾਡੇ ਵਲੰਟੀਅਰਾਂ ਨੇ ਕਹਿਣਾ, ਪਰ ਨਹੀਂ। ਉਸ ਤੋਂ ਬਾਅਦ ਬਾਪੂ ਨੇ ਸਿਰ ਨਹੀਂ ਚੱਕਿਆ। ਫਿਰ ਬਸ ਹਸਪਤਾਲਾਂ ਦੇ ਗੇੜੇ ਸ਼ੁਰੂ ਹੋ ਗਏ। ਅੱਜ ਫਲਾਣੇ ਹਸਪਤਾਲ ਟੈਸਟ ਹੋਣੇ ਆ, ਉੱਥੇ ਹੋਣੇ ਆ, ਕਿਤੇ ਕੁਛ ਕਿਤੇ ਕੁਛ। ਯਾਨੀ ਕਿ ਉਸ ਤੋਂ 1 ਸਾਲ ਦੇ ਅੰਤਰਾਲ ਦੇ ਵਿੱਚ ਕਰੀਬ 4-5 ਮਹੀਨੇ ਬਾਪੂ ਨੇ ਹਸਪਤਾਲ 'ਚ ਹੀ ਕੱਢੇ। ਫਿਰ ਅਸੀਂ ਫੋਨ ਕਰਨਾ ਇਹਦੇ ਪੋਤੇ ਨੂੰ ਵੀ ਮਿਲ ਜਾ, ਇਹਨੂੰ ਬਾਪੂ ਨੇ ਰੋਣਾ ਵੀ ਮੇਰੇ ਪੋਤੇ ਨੂੰ ਬੁਲਾ ਦਿਓ, ਮੈਂ ਖਬਰ ਬਚੂੰ ਜਾਂ ਨਹੀਂ ਬਚੂੰ। ਇਹਨੇ 1-2 ਵਾਰੀ ਆਇਆ ਵੀ ਮਿਲਣ, ਬਾਈ ਭੂਰਾ ਵੀ ਮਿਲਣ ਆਇਆ ਹਸਪਤਾਲ 'ਚ, ਉੱਥੇ ਇਹਨਾਂ ਨੂੰ ਫੋਨ ਕਰਨਾ। ਪਰ ਹੁਣ ਜਦੋਂ ਦਾ ਬਿਮਾਰ ਹੋਇਆ ਸੀ ਬਾਪੂ, ਬਹੁਤ ਵਾਰ ਇਹਨੇ ਕਿਹਾ ਮੇਰੇ ਪੋਤੇ ਨੂੰ ਮਿਲਾ ਦਿਓ, ਪਰ ਇਹ ਵੀ ਪਤਾ ਨਹੀਂ ਇਹਦੇ ਮਾੜੇ ਕਰਮ ਸੀ ਜਿਹੜਾ ਜਾਂਦੇ ਜੀ ਆਪਣੇ ਦਾਦੇ ਦੇ ਦਰਸ਼ਨ ਨਹੀਂ ਕਰ ਸਕਿਆ। ਕੱਲ ਵੀ ਮੈਂ ਇਹਨੂੰ ਫੋਨ ਕੀਤਾ, ਇਹ ਕਹਿੰਦਾ ਨਹੀਂ ਬਾਈ ਮੈਂ ਕੱਲ ਨੂੰ ਆਊਂ, ਮੈਂ ਬਿਜੀ ਆ। ਮੈਂ ਕਿਹਾ ਪੁੱਤ ਜੇ ਦਰਸ਼ਨ ਕਰਨੇ ਆ ਤਾਂ ਉਹ ਅੱਜ ਹੀ ਹੋਣੇ ਆ, ਕੱਲ ਨੂੰ ਹੋਣਾ ਨਹੀਂ ਕੁਛ। ਪਤਾ ਨਹੀਂ ਸ਼ਾਇਦ ਮਹਾਰਾਜ ਜੀ ਮੂੰਹ ਚੋਂ ਕਢਾਉਂਦੇ ਸੀ ਸਾਤੋਂ ਇਹ। ਜਦੋਂ ਇਹਨੂੰ ਫੋਨ ਕਰਕੇ ਮੈਂ ਗੱਲ ਕੀਤੀ ਆ, ਉਦੋਂ 3-4 ਘੰਟਿਆਂ ਬਾਅਦ ਬਾਪੂ ਚੜ੍ਹਾਈ ਕਰ ਗਿਆ। ICU ਦੇ ਵਿੱਚ ਸੀ ਕਈ ਦਿਨਾਂ ਤੋਂ। ਪਰ ਇਹ ਬਾਪੂ ਬੇਅੰਤ ਸਿੰਘ ਢਿੱਲੋਂ ਦਾ ਜਿਹੜਾ ਇਹ 10 ਮਿੰਟ ਦੇ ਵਿੱਚ ਤੁਹਾਨੂੰ ਅਸੀਂ ਪਿਛਲੇ 5 ਸਾਲਾਂ ਦਾ ਬਿਰਤਾਂਤ ਦੱਸਿਆ, ਉਹਦੇ ਵਿੱਚ 5 ਨਹੀਂ ਸੀ, 50 ਸਾਲਾਂ ਦਾ ਬਾਪੂ ਦਾ ਘੋਲ ਸੀ ਜਿਹੜਾ ਇਹ ਘੁਲਦਾ ਰਿਹਾ ਜ਼ਿੰਦਗੀ ਦੇ ਨਾਲ। ਗੁਰੂ ਘਰ ਦੀ ਸੇਵਾ ਵੀ ਕੀਤੀ ਇੰਨੇ ਸਾਲ, ਪਤਾ ਨਹੀਂ ਕਿੱਥੇ ਕੋਈ ਖਾਮੀ ਰਹਿ ਗਈ ਜਿਹੜਾ ਬਾਪੂ ਨੇ ਆਹ ਤਕਲੀਫਾਂ ਝੱਲੀਆਂ। ਬਾਪੂ ਕਹਿੰਦਾ ਸੀ ਜਿਹੜਾ ਮੇਰਾ ਇੱਕ ਪੁੱਤ ਸੀ ਨਾ, ਜਿਹੜਾ ਮੇਰਾ ਸੇਵਾ ਕਰਨ ਵਾਲਾ ਪੁੱਤ ਸੀ, ਜਿਹੜਾ ਮੇਰਾ ਬਹੁਤ ਸਾਊ ਪੁੱਤ ਸੀ, ਉਹ ਸਪਰੇਅ ਵਾਲੀ ਦਵਾਈ ਪੀ ਕੇ ਮਰ ਗਿਆ ਸੀ। ਇਹਦਾ ਡੈਡੀ ਕਹਿੰਦਾ ਉਹ ਮੈਨੂੰ ਸਾਂਭਦਾ, ਕਹਿੰਦਾ ਜੇ ਉਹ ਹੁੰਦਾ ਕਹਿੰਦਾ ਮੈਨੂੰ ਰੋਲਣ ਨਾ ਦਿੰਦਾ, ਕਹਿੰਦਾ ਜੇ ਉਹ ਹੁੰਦਾ ਕਹਿੰਦਾ ਪੁੱਤ ਜਦੋਂ ਮੈਂ ਪਿਆ ਹੁੰਦਾ ਸੀ ਮੰਜੇ ਤੇ, ਕਹਿੰਦਾ ਮੇਰੇ ਹੱਥਾਂ ਨੂੰ ਲੈਟਰਿਨ ਲੱਗਣੀ, ਕਹਿੰਦਾ ਕਈ ਵਾਰੀ ਮੈਂ ਜਦੋਂ ਹੱਥ ਸੁੰਘਣੇ ਨਾ, ਕਹਿੰਦਾ ਗੰਦਗੀ ਸਮੈਲ ਮਾਰਨੀ, ਕਹਿੰਦਾ ਹੌਲੀ ਹੌਲੀ ਉਹ ਸਮੈਲ ਵੀ ਆਉਣੋਂ ਹਟ ਗਈ। ਕਈ ਵਾਰ ਕਹਿੰਦਾ ਮੈਂ ਆਪਣੇ ਨੱਕ ਨੂੰ ਸਾਫ਼ ਕਰਨਾ, ਉਂਗਲ ਪਾ ਲੈਣੀ ਜਾਂ ਮੂੰਹ 'ਚ ਕੋਈ ਦੰਦ 'ਚ ਪਾ ਜਾਣੀ ਕੋਈ ਚੀਜ਼ ਉਹ ਕੱਢਣੀ, ਕਹਿੰਦਾ ਮੈਨੂੰ ਅਹਿਸਾਸ ਹੀ ਨਹੀਂ ਹੁੰਦਾ ਸੀ ਵੀ ਲੈਟਰਿਨ ਮੇਰੇ ਮੂੰਹ 'ਚ ਜਾ ਰਹੀ ਹੈ। ਇੱਕ ਫੁਲਕਾ ਦਿੰਦੇ ਸੀ, ਕਹਿੰਦੇ ਸੀ ਮੁਸ਼ਕ ਮਾਰਦਾ। ਇਹ ਬਾਪੂ ਦੇ ਆਪ ਦੱਸਣ ਦੀਆਂ ਗੱਲਾਂ ਵੀ ਗੰਦ ਬਦਬੂ ਮਾਰਦੀ ਆ, ਗੰਦ ਬਣਾਉਂਦਾ ਇਹਨੂੰ ਰੋਟੀ ਨਹੀਂ ਦੇਣੀ। ਇੱਕ ਫੁਲਕਾ ਸਾਰੇ ਦਿਨ 'ਚ ਕਹਿੰਦਾ ਮੈਨੂੰ ਦਿੰਦੇ ਸੀ। ਚਾਹ ਮੈਂ ਮੰਗਦਾ ਥੱਕ ਜਾਂਦਾ ਸੀ, ਚਾਹ ਨਹੀਂ ਸੀ ਦਿੰਦੇ। ਪਾਣੀ ਕਹਿੰਦਾ ਮੇਰੀ ਪੋਤੀ ਮੈਨੂੰ ਨਿੱਕੀ ਜੀ ਲਿਆ ਕੇ ਦਿੰਦੀ, ਕਹਿੰਦਾ ਮੇਰੇ ਕੋਲ ਇੱਕ ਗੰਦੀ ਪੱਗ ਸੀ, 1 ਸਾਲ ਤੋਂ ਇੱਕੋ ਹੀ ਪੱਗ, ਨੰਗਾ ਜਮਾ ਅਲਫ ਨੰਗਾ ਪਿਆ ਸੀ। ਉਹ ਪੱਗ ਦਾ ਇੱਕ ਟੁਕੜਾ ਬਾਪੂ ਦਾ ਖਾਕੀ ਰੰਗ ਦੀ, ਉਹ ਕਹਿੰਦਾ ਮੈਂ ਉਹਦੇ ਨਾਲ ਤਨ ਢੱਕ ਲੈਂਦਾ। ਜਦੋਂ ਮੇਰੀ ਪੋਤੀ ਆਉਂਦੀ ਕਹਿੰਦਾ ਮੇਰੇ ਕੋਲੇ ਮੈਨੂੰ ਸ਼ਰਮ ਆਉਂਦੀ। ਹਰ ਰੋਜ਼ ਅਰਦਾਸ ਕਰਦਾ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਮੈਨੂੰ ਚੱਕ ਲਾ ਤੂੰ, ਜਾਂ ਮੈਨੂੰ ਇਸ ਨਰਕ ਚੋਂ ਕੱਢ ਲਾ, ਜਾਂ ਮੈਨੂੰ ਚੱਕ ਲਾ, ਮੈਂ ਕਿੱਥੇ ਕੀ ਗਲਤੀ ਕਰ ਬੈਠਾ, ਮੈਨੂੰ ਬਖਸ਼ ਦੇ। ਤੇ ਜਿਸ ਦਿਨ ਅਸੀਂ ਗਏ ਬਾਪੂ ਜੀ ਦੇ ਆਹੀ ਲਫ਼ਜ਼ ਸੀ। ਉਸ ਤੋਂ ਬਾਅਦ ਵੀ ਮੈਂ ਕਈ ਵਾਰੀ ਬਾਪੂ ਜੀ ਨੂੰ ਪੁੱਛਣਾ, ਬਾਪੂ ਜੀ ਨੇ ਕਹਿਣਾ ਮੈਨੂੰ ਇਦਾਂ ਹੀ ਲੱਗਿਆ ਵੀ ਜਿਵੇਂ ਮੇਰੇ ਗੁਰੂ ਪਾਤਸ਼ਾਹ ਖੜੇ ਹੁੰਦੇ। ਜਦੋਂ ਬਾਪੂ ਸਾਧੂ ਸਿੰਘ ਗਏ, ਕਹਿੰਦਾ ਮੈਨੂੰ ਐਂ ਲੱਗਿਆ ਵੀ ਰੱਬ ਹੀ ਆ ਗਿਆ। ਜਦੋਂ ਫਿਰ ਅਸੀਂ ਉੱਥੇ ਗਏ, ਬਾਪੂ ਜੀ ਨੂੰ ਮੈਂ ਪੁੱਛਿਆ, ਮੈਂ ਕਿਹਾ ਬਾਪੂ ਜੀ ਇੱਥੇ ਰਹਿਣਾ ਕਿ ਜਾਣਾ? ਕਹਿੰਦਾ ਮੈਂ ਨਹੀਂ ਇੱਥੇ ਰਹਿਣਾ, ਮੈਨੂੰ ਲੈ ਚੱਲੋ। ਜਦੋਂ ਮੁੰਡਾ ਇਹਦਾ ਲੜੇ, ਲੋਕ ਖੜੇ ਸਾਰੇ, ਉਦੋਂ ਪੁੱਛਿਆ, ਕਹਿੰਦਾ ਮੈਂ ਇੱਥੇ ਨਹੀਂ ਰਹਿਣਾ, ਕਹਿੰਦਾ ਮੈਂ ਇੱਥੇ ਨਹੀਂ ਰਹਿਣਾ, ਮੈਨੂੰ ਲੈ ਜਾਓ। ਯਾਨੀ ਕਿ ਇਸ ਤਰ੍ਹਾਂ ਦੀ ਔਲਾਦ, ਕਲਯੁਗੀ ਔਲਾਦ ਅੱਜ ਕਿਹੜੀ ਚੀਜ਼ ਦਾ ਹੱਕ ਰੱਖਦੀ ਆ, ਇਹ ਸਾਨੂੰ ਸਮਝ ਨਹੀਂ ਆਉਂਦੀ। 8 ਕਿੱਲੇ ਜ਼ਮੀਨ ਸੀ ਬਾਪੂ ਦੇ ਨਾਂ ਤੇ, ਉਹਨਾਂ ਨੂੰ ਸਿਰਫ ਜ਼ਮੀਨ ਤੱਕ ਮਤਲਬ ਸੀ ਵੀ ਸਾਡੀ ਜ਼ਮੀਨ ਨਾ ਕਿਤੇ ਕੋਈ ਲੈ ਜਾਵੇ। ਤੇ ਜਦੋਂ ਅਸੀਂ ਉਹਨਾਂ ਨੂੰ ਲਿਖ ਕੇ ਦੇਤਾ ਲੈਟਰ ਪੈਡ ਤੇ ਵੀ ਅਸੀਂ ਭਾਈ ਪ੍ਰਾਪਰਟੀ ਕਲੇਮ ਨਹੀਂ ਕਰਦੇ, ਅਸੀਂ ਤਾਂ ਸਿਰਫ ਬਾਪੂ ਦੀ ਸੇਵਾ ਕਰਨ ਵਾਸਤੇ ਲੈ ਕੇ ਚੱਲੇ ਆ, ਅਸੀਂ ਲੈਟਰ ਪੈਡ ਤੇ ਲਿਖ ਕੇ ਵੀ ਨਾ ਅਸੀਂ ਬਾਪੂ ਦੀ ਕੋਈ ਚੱਲ ਅਤੇ ਅਚਲ ਜਾਇਦਾਦ ਕਲੇਮ ਕਰਦੇ ਆ, ਤੇ ਨਾ ਕੋਈ ਅਸੀਂ ਆਉਣ ਵਾਲੇ ਸਮੇਂ 'ਚ ਕਦੇ ਕਰਾਂਗੇ। ਅਸੀਂ ਸਿਰਫ ਤੇ ਸਿਰਫ ਬਾਪੂ ਦੀ ਸੇਵਾ ਸੰਭਾਲ ਲਈ ਲੈ ਕੇ ਚੱਲੇ। ਉਹੀ ਪੁੱਤ ਮੁੜ ਕੇ ਉਹਨੂੰ ਪਤਾ ਲੱਗ ਗਿਆ, ਸ਼ਾਂਤ ਹੋ ਗਿਆ। ਅੱਜ ਤੋਂ ਸਾਲ ਪਹਿਲਾਂ ਜਦੋਂ ਬਾਪੂ ਆਪਦੇ ਭਰਾ ਦੇ ਭੋਗ ਤੋਂ ਆਇਆ, ਮੇਰੀਆਂ ਬਾਪੂ ਨੇ ਬਾਹਲੀ ਵਾਰੀ ਕਿਹਾ, ਕਹਿੰਦਾ ਜ਼ਮੀਨ ਮੈਂ ਉਹਨੂੰ ਨਹੀਂ ਦੇਣੀ, ਕਹਿੰਦਾ ਮੇਰੀ ਜ਼ਮੀਨ ਕਿਤੇ ਲਿਖਾ ਦੇ। ਮੈਂ ਕਿਹਾ ਨਹੀਂ ਬਾਪੂ, ਇਹ ਤੇਰੀ ਨਹੀਂ, ਤੇਰੇ ਦਾਦਿਆਂ ਦੀ ਆ, ਜੇ ਤੇਰੀ ਹੁੰਦੀ ਨਾ ਫਿਰ ਤੂੰ ਦੇਣ ਯੋਗ ਸੀ ਕਿਸੇ ਨੂੰ। ਮੈਂ ਕਿਹਾ ਇਹ ਤੇਰੇ ਦਾਦੇ ਪੜਦਾਦਿਆਂ ਦੀ ਆ, ਤੇਰੀ ਵਿਰਾਸਤ ਆ, ਉਹਨਾਂ ਨੂੰ ਮਿਲਣੀ ਚਾਹੀਦੀ, ਜਿਨ੍ਹਾਂ ਦੀ ਹੈਗੀ ਆ। ਇਹ ਕੰਮ ਨਾ ਕਰ, ਇਹ ਨਾ ਸੋਚ ਤੂੰ। ਫਿਰ ਕਹਿੰਦਾ ਮੈਂ ਪੋਤੇ ਦੇ ਨਾਂ ਲਿਖਾ ਦਿੰਦਾ। ਇਹਨੂੰ ਬੜਾ ਸੱਦਿਆ ਉਹਨੇ, ਇਹ ਵੀ ਨਹੀਂ ਪਤੰਦਰ ਆਇਆ, ਕਹਿੰਦਾ ਮੈਂ ਉਹਨੂੰ ਲੈ ਦਿੰਦਾ ਸਾਰੀ।
ਅਸੀਂ ਕਿਹਾ ਵੀ ਨਹੀਂ ਬਾਪੂ, ਜੇ ਕਰਨੀ ਆ ਤਾਂ ਇੱਕੋ ਹੀ ਗੱਲ ਕਰਨੀ ਆ ਵੀ ਵਸੀਅਤ ਕਰਾ ਦੇ ਦੋਨਾਂ ਦੇ ਨਾਂ ਤੇ, ਫਾਹਾ ਵੱਢ, ਘੱਟੋ ਘੱਟ ਤੈਨੂੰ ਸ਼ਾਇਦ ਮਿਲਣੀ ਆਉਣ ਲੱਗ ਜਾਣ ਵੀ ਚਲੋ ਯਾਰ ਹੁਣ ਬਾਪੂ ਨੂੰ ਤਾਂ ਜ਼ਮੀਨ ਵੀ ਦੇਤੀ ਆ। ਪਰ ਬਾਪੂ ਕਹਿੰਦਾ ਕੋਈ ਨਾ, ਮੇਰੇ ਮਰਨ ਤੋਂ ਬਾਅਦ ਫਿਰ ਲੈ ਜਾਣਗੇ, ਵਸੀਅਤ ਤਾਂ ਕੀ ਕਰਾਉਣੀ ਆ। ਹੁਣ ਬਾਪੂ ਜੀ ਇਸ ਦੁਨੀਆ ਤੋਂ ਚਲੇ ਗਏ ਆ, ਜ਼ਮੀਨ ਦੇ ਜਿਹੜੇ ਹਿੱਸੇਦਾਰ, ਜਿਹੜੇ ਮਾਲਕ ਹੈਗੇ ਉਹਨਾਂ ਨੂੰ ਮਿਲ ਜਾਣੀ ਆ। ਇਹ ਟੁਕੜੇ ਜ਼ਮੀਨ ਦੇ ਇੱਥੇ ਹੀ ਰਹਿ ਜਾਣੇ ਆ। ਪਰ ਜੇ ਅੱਜ ਕੁਝ ਨਹੀਂ ਹੋਇਆ ਤਾਂ ਉਹ ਆ ਵੀ ਉਹ ਬਾਪੂ ਦਾ ਪੁੱਤ ਅੱਜ ਬਾਪੂ ਦੇ ਅੰਤਮ ਸੰਸਕਾਰ 'ਚ ਵੀ ਨਹੀਂ ਆਇਆ। ਉਹ ਅਜਮੇਰ ਸਿੰਘ ਕੋਟ ਸੁਖੀਆ ਪਿੰਡ ਆ, ਸਹੁਰੀ ਰਹਿੰਦਾ ਆਪਦੇ ਇੱਥੇ ਨਿਹਾਲ ਸਿੰਘ ਵਾਲੇ 5 ਗਰਾਈਆਂ ਦੇ ਕੋਲੇ। ਬਾਈ ਤੁਹਾਡਾ ਪਿੰਡ ਕਿੰਨੀ ਦੂਰ ਆ ਇੱਥੋਂ? ਕੋਟ ਸੁਖੀਆ ਵਾਲਾ ਬਾਈ ਸਾਡੇ ਕੋਲ ਸੇਵਾ ਕਰਾਉਣਾ ਹੈ ਜੀ। ਇੱਥੋਂ 100 ਕਿਲੋਮੀਟਰ ਦੂਰ ਆ ਪਿੰਡ। ਤੇ ਜੈਤੋਂ ਕਿੰਨੇ ਕਿਲੋਮੀਟਰ ਹੋ ਜੀ ਇੱਥੋਂ? ਤੁਹਾਡਾ ਪਿੰਡ ਕਿੰਨੀ ਦੂਰ ਆ ਬਾਈ? 25 ਕਿਲੋਮੀਟਰ ਹੋਊਗਾ ਜੀ। ਦੇਖੋ ਇਹ ਮਤਲਬ 80 ਕਿਲੋਮੀਟਰ ਤੋਂ ਇਹ ਆ ਗਿਆ ਤੇ ਉਹ 100 ਕਿਲੋਮੀਟਰ ਸੀ, 20 ਕਿਲੋਮੀਟਰ ਹੋਰ ਸੀ ਉਹਨਾਂ। ਉਹ ਕਹਿੰਦਾ ਮੈਂ ਤਾਂ ਬਾਹਲੀ ਦੂਰ ਆ, ਮੈਂ ਨਹੀਂ ਆ ਸਕਦਾ। ਰਾਤ ਦੇ ਫੋਨ ਕਰੀ ਜਾਂਦੇ ਅਸੀਂ, ਇਹਨੇ ਵੀ ਕਿਉਂ ਵੀ ਕੀਤਾ ਫੋਨ? ਕੀ ਕਿਹਾ ਤੈਨੂੰ? ਹੁਣੇ ਨਹੀਂ ਲੱਗਦਾ ਨਾ ਬਾਅਦ ਚ ਤੂੰ ਕਹਿੰਦਾ ਸੀ ਵੀ ਉਹਨੇ ਇੱਕ ਵਾਰੀ ਕਹੀ, ਕਹਿੰਦਾ ਮੈਂ ਨਹੀਂ ਆ ਸਕਦਾ। ਕੀ ਕਹਿੰਦਾ ਵੀ ਦੂਰ ਬਹੁਤ ਆਉਂਦਾ। ਮੈਂ ਦੂਰ ਬਹੁਤ ਆ, ਕਹਿੰਦਾ ਮੈਂ ਨਹੀਂ ਆ ਸਕਦਾ। ਸੌਰੀ ਰਹਿਣ ਲੱਗ ਗਿਆ। ਬਸ ਕੀ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਮਨਜ਼ੂਰ ਸੀਗਾ, ਇਹ ਉਹ ਜਾਣਦਾ। ਪਰ ਅਸੀਂ ਤਾਂ ਇਹ ਕਹਾਂਗੇ ਬਾਪੂ ਤਾਂ ਚੰਗੇ ਕਰਮਾਂ ਵਾਲਾ ਸੀ, ਜਿਹਨੂੰ ਕਿੰਨੇ ਪੁੱਤ ਮਿਲੇ ਇੱਥੇ ਸੰਸਥਾ 'ਚ ਆ ਕੇ। ਸਾਡੇ ਪਿਓ ਨੂੰ, ਸਾਡੇ ਦਾਦੇ ਨੂੰ ਅਸੀਂ ਪੂਰੀ ਕੋਸ਼ਿਸ਼ ਕੀਤੀ ਵੀ ਹਰ ਤਰੀਕੇ ਨਾਲ। ਬੜੇ ਉਹੀ ਗੱਲ, ਨਿੱਕੀ ਜੀ ਬੱਚੀ ਮੂਹਰੇ ਬੈਠੀ, ਟੀਵੀ ਚੱਲੇ, ਉੱਚੀ ਆਵਾਜ਼ 'ਚ ਕੀਰਤਨ ਚੱਲੇ, ਤੇ ਅਸੀਂ ਜਾ ਕੇ ਬੱਚੀ ਨੂੰ ਪੁੱਛਿਆ ਵੀ ਕਿੱਥੇ ਆ ਦਾਦਾ ਜੀ? ਉਹ ਕਹਿੰਦੀ ਉਹ ਕਮਰੇ 'ਚ ਆ, ਬਾਪੂ ਉੱਥੇ ਪਿਆ। ਬਾਪੂ ਸਾਨੂੰ ਦੇਖ ਕੇ ਤਾਂ ਅਸੀਂ ਰੋਣ ਹੀ ਲੱਗ ਗਿਆ। ਕਹਿੰਦਾ ਮੈਨੂੰ ਐਂ ਲੱਗਦਾ ਸੀ, ਕਹਿੰਦਾ ਵੀ ਇੱਕ ਦਿਨ ਤਾਂ ਰੱਬ ਮੇਰੀ ਸੁਣੂਗਾ। ਬਾਪੂ ਦੀ ਹਾਲਤ ਦੇਖ ਕੇ ਸਾਡੇ ਵੀ ਰੂਹ ਕੰਬ ਗਈ ਵੀ ਇੱਕ ਬਜ਼ੁਰਗ ਸ੍ਰੀ ਸਾਹਿਬ ਕੰਧ ਦੇ ਉੱਤੇ ਟੰਗਿਆ ਹੋਇਆ। ਬਾਪੂ ਕਹਿੰਦਾ ਗੰਦੇ ਮੰਦੇ ਹੱਥ ਲੱਗਦੇ ਸੀ, ਮੈਂ ਲਾਤਾ। ਪਾਣੀ ਦੀ ਹਰੇ ਰੰਗ ਦੀ ਕੋਲੇ ਬੋਤਲ ਪਈ ਜਿਹੜੀ ਉਹ ਦਿਖਾਈ ਦਿੰਦੀ ਆ, ਉਹ ਵੀ ਅੱਧੀ ਗੰਦੇ ਪਾਣੀ ਨਾਲ ਭਰੀ ਹੋਈ, ਅੱਧੇ ਟਾਇਲਟ ਨਾਲ ਲਿਬੜੀ ਹੋਈ, ਹੱਥ ਲੱਗੇ ਹੋਏ ਉਵੇਂ ਗੰਦੇ। ਬਾਪੂ ਨੌਹਾਂ ਦੇ ਵਿੱਚ ਜਿਹੜੇ ਲੰਬੇ ਨੌਹ, ਪੈਰਾਂ ਦੇ ਵਿੱਚ ਜਿਹੜੇ ਲੰਬੇ ਨੌਹ, ਉਹਨਾਂ 'ਚ ਵੀ ਟਾਇਲਟ ਫਸੀ ਹੋਈ। ਬਾਪੂ ਜੀ ਨੂੰ ਅਸੀਂ ਉੱਥੇ 2-4 ਗੱਲਾਂ ਕੀਤੀਆਂ ਜਦ ਨੂੰ ਇਹਦਾ ਉਹ ਲਾਲਚੀ ਪੁੱਤ, ਉਹ ਕਲਯੁਗੀ ਪੁੱਤ ਅਜਮੇਰ ਸਿੰਘ ਆ ਗਿਆ। ਕਮਰੇ 'ਚ ਆ ਕੇ ਹਾਥ ਹੂਤ ਰੌਲਾ ਪਾਉਣ ਲੱਗ ਗਿਆ, ਤੁਸੀਂ ਕਿਵੇਂ ਕਰੋਗੇ, ਇਹ ਕਰਾਂਗੇ, ਮੈਂ ਕਰ ਦੂੰ। ਅਸੀਂ ਕਿਸੇ ਵੀ ਤਰੀਕੇ ਗੁਰੂ ਨੇ ਕਿਰਪਾ ਕੀਤੀ, ਮਨਿਆ ਕੇ ਵੜਿਆ ਕੇ ਅਸੀਂ ਕਿ ਚੱਲ ਆਪਾਂ ਬਾਹਰ ਤਾਂ ਕੱਢੀਏ ਇੱਥੋਂ ਗੰਦ 'ਚੋਂ, ਨਮਾਈਏ ਤਾਂ ਸਹੀ। ਇਹ ਕਹਿ ਕੇ ਅਸੀਂ ਬਾਹਰ ਲਿਆਏ, ਅਸੀਂ ਗੱਡੀ 'ਚ ਰੱਖੀ, ਉਹ ਲੱਤਾਂ ਤੋਂ ਫੜ ਕੇ ਖਿੱਚੇ। ਮੈਂ ਨਹੀਂ ਜਾਣ ਦੇਣਾ, ਤੁਸੀਂ ਜ਼ਮੀਨ ਦੇ ਮਾਰੇ ਆਏ ਹੋ, ਤੁਹਾਨੂੰ ਜ਼ਮੀਨ ਦਾ ਲਾਲਚ ਆ। ਪਰ ਇਹ ਸਾਰੀ ਜਿੱਦੋ ਜਹਿਦ ਕਰਦੇ ਹੋਏ ਕਹਿੰਦਾ ਸਾਨੂੰ, ਮੈਨੂੰ ਪਤਾ ਤੁਹਾਨੂੰ ਕਿਹਨੇ ਭੇਜਿਆ, ਕਹਿੰਦਾ ਮੈਨੂੰ ਪਤਾ ਤੁਹਾਨੂੰ ਕਿਹਨੇ ਭੇਜਿਆ ਇੱਥੇ। ਇਹ ਗੱਲ ਮੈਂ ਕਿਹਾ ਭਰਾਵਾ ਸਾਨੂੰ ਕਿਸੇ ਨੇ ਨਹੀਂ ਭੇਜਿਆ, ਨਾ ਸਾਨੂੰ ਜ਼ਮੀਨਾਂ ਚਾਹੀਦੀਆਂ। ਕਹਿੰਦਾ ਮੈਨੂੰ ਪਤਾ ਕਿਹਨੇ ਭੇਜਿਆ, ਇਹ ਇਹਨਾਂ ਦੀ ਬੇਟੀ ਹੈ। ਕੋਈ ਨਾ ਭੈਣੇ, ਬਹੁਤ ਧੰਨਵਾਦ, ਤੂੰ ਆਈ ਹੈ ਇੱਥੇ, ਤੂੰ ਆਈ, ਬਹੁਤ ਧੰਨਵਾਦ ਤੇਰਾ। ਇਹਦਾ ਨਾਂ ਲੈ ਕੇ ਕਹਿੰਦਾ ਮੈਨੂੰ ਪਤਾ ਤੁਹਾਨੂੰ ਮੇਰੇ ਭਾਣਜੇ ਨੇ ਭੇਜਿਆ। ਕਹਿੰਦਾ ਉਹ ਜ਼ਮੀਨ ਦਾ ਮਾਰਾ ਹੀ ਆ, ਕਰਦਾ ਸਾਰਾ ਕੁਝ। ਇਹਦਾ ਭਾਣਜਾ ਇਹਨਾਂ ਦਾ ਆਇਆ ਬਾਪੂ ਦਾ, ਜਿਹਦੇ ਕੋਲ ਬਾਪੂ ਲੈਣ ਵੀ ਆਇਆ ਸੀ ਇੱਕ ਵਾਰੀ ਉਹ ਇਹਨੂੰ, ਬਾਪੂ ਨੂੰ। ਤੇ ਅਸੀਂ ਚਲੋ ਕਿਸੇ ਨਾ ਕਿਸੇ ਕਰਕੇ ਗੱਡੀ 'ਚ ਰੱਖਿਆ ਬਾਪੂ ਨੂੰ। ਇਹਦਾ ਮੁੰਡਾ ਕਹੇ ਜੀ ਮੈਂ ਤਾਂ ਸਪਰੇਅ ਪੀਣਾ, ਮੈਂ ਮਰ ਜੂ। ਪਤਾ ਨਹੀਂ ਪ੍ਰਮਾਤਮਾ ਦੀ ਕੀ ਕਿਰਪਾ ਸੀ ਉਸ ਦਿਨ ਸਾਡੇ ਤੇ ਵੀ। ਅਸੀਂ ਉਸ ਦਿਨ ਇਹ ਜਿਹੜਾ ਫੈਸਲਾ ਲਿਆ, ਅਸੀਂ ਉਹਨੂੰ ਕਿਹਾ ਵੀ ਭਾਈ ਜੇ ਤੂੰ ਮਰਨਾ, ਤੂੰ ਤਾਂ ਮਰਿਆ ਹੋਇਆ, ਜਿਹਨੇ ਬਾਪ ਦੇ ਆਹ ਹਾਲਾਤ ਕਰਤੇ, ਜਾਂ ਤੂੰ ਪੀ ਲਾ ਸਪਰੇਅ। ਬਸ ਉਹਨੇ ਰੌਲਾ ਰੂਲਾ ਪਾਇਆ, ਉੱਚੀ ਉੱਚੀ ਗਾਲਾਂ ਕੱਢਣ ਲੱਗ ਗਿਆ। ਆਲੇ ਦੁਆਲੇ ਦੇ ਲੋਕ ਇਕੱਠੇ ਹੋ ਕੇ ਮਹੱਲੇ ਦੇ ਬਾਹਰ ਆ ਗਏ ਸੀ, ਉਹਨਾਂ ਨੂੰ ਪੁੱਛਿਆ ਵੀ ਭਾਈ ਇਹ ਕੀ, ਇਹ ਸਹੀ ਗੱਲ ਆ? ਲੋਕਾਂ ਨੇ ਵੀ ਸਾਡਾ ਸਾਥ ਦਿੱਤਾ, ਗੱਡੀ 'ਚ ਪਾਇਆ, ਡੇਰੇ ਤੇ ਲੈ ਆਏ ਬਾਬਾ ਜੀ ਹੁਣਾਂ ਕੋਲੇ। ਚਲੋ ਉੱਥੇ ਬਾਬਾ ਜੀ ਹੁਣਾਂ ਨੇ ਵੀ ਸਾਥ ਦਿੱਤਾ, ਉੱਥੇ ਮਗਰ ਆ ਗਿਆ। ਇਹਨਾਂ ਨੇ ਵੀ ਉਹਨੂੰ ਸਮਝਾਇਆ, ਬਾਬਾ ਜੀ ਹੁਣਾਂ ਨੇ ਵੀ ਭਾਈ ਚੰਗੇ ਥਾਂ ਚੱਲਿਆ, ਕੋਈ ਗੱਲ ਨਹੀਂ, ਥੋਤੋਂ ਨਹੀਂ ਸਾਂਭ ਹੁੰਦਾ, ਉਹ ਸਾਂਭ ਲੈਣਗੇ। ਸਾਧੂ ਸਿੰਘ ਜੀ ਨੇ ਵੀ ਬਹੁਤ ਉਹਨਾਂ ਦੀ ਸਮਝਾਇਆ ਉਹਨੂੰ। ਉਸ ਤੋਂ ਬਾਅਦ ਬਾਪੂ ਜੀ ਨੂੰ ਅਸੀਂ ਇੱਥੇ ਲੈ ਕੇ ਆਏ। ਰਸਤੇ 'ਚ ਬਾਪੂ ਜੀ ਨੇ ਭੁੱਖ, ਕਹਿੰਦਾ ਮੈਨੂੰ ਲੱਗੀ ਹੋਈ ਆ, ਕੁਝ ਖਵਾ ਦਿਓ। ਰੋਟੀ ਖਵਾਈ, 4-5 ਫੁਲਕੇ ਬਾਪੂ ਜੀ ਖਾ ਗਏ। ਫਿਰ ਇੱਥੇ ਉਦੋਂ ਅਸੀਂ ਬਾਰਨਹਾੜੇ ਹੁੰਦੇ ਸੀ, ਖੇਤਾਂ ਦੇ ਵਿੱਚ ਹੀ ਸਾਡਾ ਇੱਕ ਘਰ ਬਣਾਇਆ ਸੀ, ਟੈਂਟ ਲਾ ਕੇ, ਤੰਬੂ ਲਾ ਕੇ ਅਸੀਂ ਉੱਥੇ ਰਹਿੰਦੇ ਸੀ। ਉੱਥੇ ਬਾਪੂ ਨੇ ਸਾਡੇ ਨਾਲ ਫਿਰ ਸਮਾਂ ਬਤੀਤ ਕੀਤਾ। ਹਸਪੀਟਲ ਦਾਖਲ ਰਹੇ। ਜਿਸ ਦਿਨ ਹਸਪੀਟਲ ਦਾਖਲ ਕਰਾਇਆ, ਖੂਨ ਚੈੱਕ ਕਰਾਇਆ, ਬਾਪੂ ਦੇ ਟੈਸਟ ਕਰਾਏ। ਬਾਪੂ ਦੇ ਵਿੱਚ 3.25 ਗ੍ਰਾਮ ਖੂਨ ਸੀ। 6 ਫੁੱਟ ਦਾ ਬੰਦਾ, 36 ਕਿਲੋ ਭਾਰ ਸੀ,
ਤੇ ਪੌਣੇ 3 ਗ੍ਰਾਮ HB ਸੀਗਾ, ਖੂਨ ਸੀ ਬਾਪੂ 'ਚ। ਦੂਸਰੇ ਦਿਨ ਇਹਦਾ ਬੇਟਾ ਪਹੁੰਚਿਆ ਸਾਡੇ ਕੋਲੇ ਮਗਰ, ਇੱਕ ਬੈਂਕ ਦੀ ਕਾਪੀ ਲੈ ਕੇ 4-5 ਬੰਦਿਆਂ ਨੂੰ ਨਾਲ ਲੈ ਕੇ। ਉਹ ਆਇਆ ਸੀ ਦੇਖਣ ਵਾਕਿਆ ਹੀ ਕਿੱਥੇ ਆ, ਤੇ ਜਦੋਂ ਉਹਨੂੰ ਤਸੱਲੀ ਹੋ ਗਈ ਵੀ ਹਾਂ ਸਹੀ ਥਾਂ